Hello students, this is Jagdeep Singh, teacher of Guru Hargobind Public High School Fatehgarh. So today we are going to discuss the third chapter of the 7th class, the third chapter of the grammar, the adjective. What is the meaning of adjective first of all? Means any word which modify the noun, which describe the noun, which qualify the noun. So any word which describe the noun, which qualify the noun, which modify the noun is called as adjective. The adjective word always comes before the noun. So there is some other possibility, it comes after the linking verb. So there is another possibility, but it is usually comes after the noun. So here are some words which we will read before the definition of the adjective. Look at these sentences. Preetam is an intelligent boy. ਜਿਹੜਾ ਪ੍ਰੀਤਮ ਹੈ ਉਹ ਕਿ ਇੱਕ intelligent boy ਹੈ. So here is boy is a noun as we discussed in the earlier chapters, which is totally about the noun. So boy is a noun which is a common noun. So what is before the noun? Intelligent. So intelligent is an adjective. Next, Mohan is a fat man. Here man is a common noun, so fat is a adjective. We will discuss this kind of words deeper further in the chapter. So the words intelligent and fat tells us about the quality of the nouns boy and man. Such words are called adjective. So any word which qualify, which describe, which modify the noun is called as adjective. So here is the definition. Therefore an adjective is a word that describe a noun or it gives extra information about them. कुछ आपको information देवे ਉਹਨੂੰ ਕੀ ਬੋਲਦੇ ਆਪਾਂ adjective. Adjective usually come before nouns. Noun ਤੇ ਇਹ ਪਹਿਲਾਂ ਹੁੰਦੇ ਨੇ. After the link verbs ਤੇ ਇਹ link verb ਤੋਂ ਬਾਅਦ ਚ ਆਉਂਦੇ ਨੇ. Such as am, as, am, is, are, was, were, etc. ਕੋਈ ਵੀ linking verb ਹੋਵੇ ਉਸ ਤੋਂ ਬਾਅਦ ਆਉਂਦੇ ਨੇ. ਉਹਨੂੰ ਕੀ ਬੋਲਦੇ ਆਪਾਂ adjective. So how many types of adjective? ਪਹਿਲਾਂ ਐਡਜੈਕਟਿਵ ਕਿੰਨੇ ਟਾਈਪ ਦੇ ਹੁੰਦੇ ਨੇ? ਮੀਨਸ ਵੈਸੇ ਤਾਂ ਇਹ ਬਹੁਤ ਟਾਈਪ ਦੇ ਹੁੰਦੇ ਨੇ, ਉਹ ਅਲੱਗ ਟਾਈਪ ਨੇ, ਬਟ ਯੂਜੂਅਲੀ ਇਹ ਜਿਹੜੇ ਦੋ ਟਾਈਪ ਦੇ ਹੁੰਦੇ ਨੇ, ਇੱਕ ਹੁੰਦੇ ਨੇ ਐਟਰੀਬਿਊਟਿਵ, ਇੱਕ ਹੁੰਦੇ ਨੇ ਵੀ ਪ੍ਰੈਡੀਕੇਟਿਵ. ਸੋ ਜਿਹੜੇ ਨਾਊਨ ਤੋਂ ਪਹਿਲਾਂ ਆਉਂਦੇ ਨੇ ਉਹਨੂੰ ਬੋਲਦੇ ਆ ਐਟਰੀਬਿਊਟਿਵ, ਜਿਹੜੇ ਬਾਅਦ 'ਚ ਆਉਂਦੇ ਨੇ ਉਹਨੂੰ ਬੋਲਦੇ ਆ ਪ੍ਰੈਡੀਕੇਟਿਵ. ਸੋ ਦੇਖੋ ਪ੍ਰੀਤਮ ਇਜ਼ ਇੰਟੈਲੀਜੈਂਟ. ਇੱਥੇ ਕੀ ਦਿੱਤਾ ਗਿਆ? ਜਿਹੜਾ ਪ੍ਰੀਤਮ ਹੈ ਉਹ ਕੀ ਹੈ? ਇੰਟੈਲੀਜੈਂਟ ਹੈ. ਮੋਹਨ ਇਜ਼ ਫੈਟ. ਸੋ ਇਹ ਦੋਵੇਂ ਕੀ ਨੇ? ਵੀ ਪ੍ਰੈਡੀਕੇਟਿਵ ਨੇ. ਦੇਖੋ ਹੇਅਰ ਦਾ ਐਡਜੈਕਟਿਵ ਇੰਟੈਲੀਜੈਂਟ ਐਂਡ ਫੈਟ ਆਰ ਨਾਟ ਫੋਲੋਡ ਬਾਈ ਨਾਊਨਸ. ਦੇਖੋ ਇਸ ਤੋਂ ਬਾਅਦ ਨਾਊਨ ਨਹੀਂ ਆਇਆ. ਇਟ ਮੀਨਸ ਐਡਜੈਕਟਿਵ ਵਿਚ ਆਰ ਯੂਜ਼ਡ ਵਿਦ ਨਾਊਨਸ ਐਜ਼ ਇਨ ਐਨ ਇੰਟੈਲੀਜੈਂਟ ਬੋਏ. ਦੇਖੋ ਇੱਥੇ ਨਾਊਨ ਕੀ ਹੈ? ਬੋਏ ਹੈ. ਫੈਟ ਮੈਨ ਕੀ ਹੈ? ਇੱਥੇ ਨਾਊਨ ਹੈ. ਫੈਟ ਕੀ ਹੈ ਜੋ ਐਡਜੈਕਟਿਵ ਆਰ ਕਾਲਡ ਐਟਰੀਬਿਊਟਿਵ. ਸੋ ਜਿਹੜੇ ਨਾਊਨ ਤੋਂ ਪਹਿਲਾਂ ਯੂਜ਼ ਹੋਣ ਐਡਜੈਕਟਿਵ ਉਹਨੂੰ ਬੋਲਦੇ ਆਪਾਂ ਐਟਰੀਬਿਊਟਿਵ. ਅਦਰਵਾਈਜ਼ ਜਿਹੜੇ ਦੂਸਰੇ ਹੋਣ ਲਿੰਕ ਵਰਬ ਤੋਂ ਬਾਅਦ ਹੋਣ ਉਹਨੂੰ ਬੋਲਦੇ ਉਹਨੂੰ ਬੋਲਦੇ ਹਾਂ ਵੀ ਆਪਾਂ ਪ੍ਰੈਡੀਕੇਟਿਵ. ਸੋ ਐਡਜੈਕਟਿਵ ਵਿਚ ਆਰ ਨਾਟ ਫੋਲੋਡ ਬਾਈ ਦ ਨਾਊਨਸ ਆਰ ਕਾਲਡ ਪ੍ਰੈਡੀਕੇਟਿਵ ਐਡਜੈਕਟਿਵਸ. ਪ੍ਰੈਡੀਕੇਟਿਵ ਐਡਜੈਕਟਿਵਸ ਕਮ after the linking verbs like became, we, become, seems, appear, feel, go, grow, look. ਇਹ ਸਾਰੇ ਕੀ ਨੇ? ਵੀ ਜਿਹੜੇ ਇਸ ਤੋਂ ਬਾਅਦ ਜਿਹੜੇ ਮੀਨਸ ਆਪਾਂ ਐਡਜੈਕਟਿਵ ਯੂਜ਼ ਕਰਦੇ ਹਾਂ ਉਹਨਾਂ ਨੂੰ ਬੋਲਦੇ ਹਾਂ ਆਪਾਂ ਪ੍ਰੈਡੀਕੇਟਿਵ. ਐਗਜ਼ਾਮਪਲ ਦੇਖੋ, ਮੋਹਨ ਇਜ਼ ਫੈਟ. ਇਜ਼ ਕੀ ਹੈ? ਲਿੰਕਿੰਗ ਵਰਬ. ਬਾਅਦ 'ਚ ਕੀ ਆ ਗਿਆ? ਫੈਟ ਵਿਚ ਇਜ਼ ਐਨ ਐਡਜੈਕਟਿਵ. ਸੋ ਇਹ ਕਿਹੜਾ ਹੋ ਗਿਆ? ਇਹ ਕਿਹੜਾ ਹੋ ਗਿਆ? ਵੀ ਪ੍ਰੈਡੀਕੇਟਿਵ. ਸੋ ਆਪਾਂ ਨੇ ਇਹ ਵੀ ਦੇਖਿਆ ਹੋਇਆ, ਆਪਾਂ ਨੇ ਜਦੋਂ ਸੈਂਟੈਂਸ ਪੜ੍ਹਿਆ ਸੀ ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਜੋ ਵੀ ਸਬਜੈਕਟ ਤੋਂ ਬਗੈਰ ਸਾਰੇ ਦਾ ਸਾਰਾ ਜਿਹੜਾ ਸੈਂਟੈਂਸ ਹੁੰਦਾ ਉਹਨੂੰ ਆਪਾਂ ਪ੍ਰੈਡੀਕੇਟ ਬੋਲਦੇ ਹਾਂ. ਸੋ ਇੱਥੇ ਇਜ ਤੋਂ ਬਾਅਦ ਜਿਹੜਾ ਵੀ ਵਰਡ ਆ ਗਿਆ ਉਹਨੂੰ ਆਪਾਂ ਬੋਲਦੇ ਹਾਂ ਪ੍ਰੈਡੀਕੇਟਿਵ ਐਡਜੈਕਟਿਵ. ਬਸ ਉਹੀ ਚੀਜ਼ ਇੱਥੇ ਯੂਜ਼ ਹੋ ਰਹੀ ਹੈ. ਸੀਤਾ ਸੀਮਸ ਹੈਪੀ. ਸੀਤਾ ਜਿਹੜੀ ਉਹ ਬਹੁਤ ਖੁਸ਼ ਲੱਗ ਰਹੀ ਹੈ. ਹੈਪੀ ਕੀ ਹੈ? ਵੀ ਇੱਥੇ ਪ੍ਰੈਡੀਕੇਟਿਵ ਐਡਜੈਕਟਿਵ. ਸੈਡ ਪ੍ਰੈਡੀਕੇਟਿਵ ਐਡਜੈਕਟਿਵ. ਐਂਗਰੀ, ਬਿਊਟੀਫੁਲ, ਹੰਗਰੀ, ਕੋਲਡ, ਪੂਅਰ. ਸੋ ਜਿਹੜਾ ਵੀ ਲਿੰਕਿੰਗ ਵਰਬ ਤੋਂ ਬਾਅਦ ਆਪਾਂ ਨੂੰ ਜਿਹੜਾ ਕੋਈ ਵੀ ਵਰਡ ਹੈ ਮੀਨਸ ਜੋ ਐਡਜੈਕਟਿਵ ਹੈ ਉਹਨੂੰ ਆਪਾਂ ਬੋਲਦੇ ਹਾਂ ਪ੍ਰੈਡੀਕੇਟਿਵ ਐਡਜੈਕਟਿਵ. ਸੋ ਅੱਗੇ ਨੇ adjectives like afraid, asleep, alive, alone, ill, etc. come after a linking verb. ਇਹ ਸਾਰੇ ਕਿਸ ਤੋਂ ਬਾਅਦ ਹੁੰਦੇ ਨੇ? ਇੱਕ linking verb ਤੋਂ ਬਾਅਦ ਹੁੰਦੇ ਨੇ. These are the routine things. ਇਹ ਤੁਹਾਨੂੰ ਰੱਟਾ ਲਗਾਉਣਾ ਪੜੇਗਾ.
Prakash is asleep, she seems ill, she afraid to go there, the boy is alive. ਸੋ ਇਹ ਸਾਰੇ ਲਿੰਕਿੰਗ ਵਰਬ ਤੋਂ ਬਾਅਦ ਆਉਂਦੇ ਨੇ, ਤਾਂ ਕਰਕੇ ਇਹਨਾਂ ਨੂੰ ਬੋਲਦੇ ਆਪਾਂ ਪ੍ਰੈਡੀਕੇਟਿਵ ਐਡਜੈਕਟਿਵ। ਐਨ ਐਡਜੈਕਟਿਵ ਕੈਨ ਫੰਕਸ਼ਨ ਐਜ਼ ਐਨ ਆਬਜੈਕਟ ਕੰਪਲੀਮੈਂਟ ਇਨ ਦਾ ਕੰਸਟਰਕਸ਼ਨ। ਸੋ ਇੱਥੇ ਇੱਕ ਕੰਪਲੀਮੈਂਟ ਦੀ ਤਰ੍ਹਾਂ ਵੀ ਯੂਜ਼ ਹੁੰਦਾ ਹੈ ਕੌਣ, ਐਡਜੈਕਟਿਵ। ਕਿਵੇਂ ਵੀ, ਉਹਦੇ ਵਿੱਚ ਕੀ ਹੁੰਦਾ ਕਿ ਟਰਾਂਸਟਿਵ ਵਰਬ ਹੁੰਦੀ ਹੈ। ਟਰਾਂਸਟਿਵ ਵਰਬ ਉਹ ਵਰਬ ਹੁੰਦੀ ਹੈ ਵਿਚ ਨੀਡਸ ਐਨ ਆਬਜੈਕਟ ਟੂ ਕੰਪਲੀਟ ਦਾ ਸੈਂਸ ਆਫ ਦਾ ਸੈਂਟੈਂਸ। ਸੋ ਕੋਈ ਵੀ ਵਰਬ ਜਿਸ ਨੂੰ ਜੋ ਆਬਜੈਕਟ ਤੋਂ ਬਿਨਾਂ ਕੰਪਲੀਟ ਹੀ ਨਹੀਂ ਕਰ ਸਕਦੀ ਸੈਂਟੈਂਸ ਨੂੰ, ਉਹਨੂੰ ਬੋਲਦੇ ਆਪਾਂ ਟਰਾਂਸਟਿਵ ਵਰਬ। ਸੋ ਟਰਾਂਸਟਿਵ ਵਰਬ ਤੋਂ ਪਤਾ ਆਪਾਂ ਨੂੰ ਬਾਅਦ 'ਚ ਆਬਜੈਕਟ ਆਏਗਾ ਹੀ ਆਏਗਾ, ਤਾਂ ਉਸ ਤੋਂ ਬਾਅਦ ਇੱਕ ਜਿਹੜਾ ਐਡਜੈਕਟਿਵ ਯੂਜ਼ ਹੋਏਗਾ ਉਹਨੂੰ ਬੋਲਦੇ ਆਪਾਂ ਕੰਪਲੀਮੈਂਟ। ਐਗਜ਼ਾਮਪਲ ਦੇਖੋ, ਇਸ ਦੀ ਐਗਜ਼ਾਮਪਲ ਕੀ ਹੋਏਗੀ, ਦੇ ਬ੍ਰੋਕ ਦਾ ਡੋਰ ਓਪਨ, ਦੇ ਬ੍ਰੋਕ ਦਾ ਡੋਰ ਓਪਨ। ਇੱਥੇ ਦੇਖੋ ਵੀ ਉਹਨਾਂ ਨੇ ਪਹਿਲਾਂ ਕੀ ਕੀਤਾ, ਜਿਹੜਾ ਜੋ ਦਰਵਾਜ਼ਾ ਸੀ ਉਸਨੂੰ ਤੋੜ ਦਿੱਤਾ, ਬਾਅਦ 'ਚ ਉਹਨੂੰ ਕੀ ਕਰਤਾ, ਖੋਲ੍ਹਤਾ। ਸੋ ਪਹਿਲਾਂ ਦਰਵਾਜ਼ਾ ਬੰਦ ਸੀ, ਅਗਰ ਹੁਣ ਜੋ ਦਰਵਾਜ਼ਾ ਬੰਦ ਹੋਇਆ ਉਹਨੂੰ ਕੀ ਆਪਾਂ ਕਹਾਂਗੇ, ਕਲੋਜ਼ਡ ਡੋਰ। ਹੁਣ ਜੋ ਦਰਵਾਜ਼ਾ ਖੁੱਲ੍ਹਾ ਹੋਇਆ ਉਹਨੂੰ ਕੀ ਬੋਲਾਂਗੇ ਆਪਾਂ, ਓਪਨਡ ਡੋਰ। ਸੋ ਉਹਨਾਂ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਬਾਅਦ 'ਚ ਉਹਨੂੰ ਖੋਲ੍ਹ ਦਿੱਤਾ, ਤਾਂ ਓਪਨ ਕੀ ਹੋ ਗਿਆ ਵੀ ਇਸਦਾ ਕੰਪਲੀਮੈਂਟ ਹੋ ਗਿਆ। ਹੀ ਪੇਂਟਡ ਦਾ ਵਾਲ ਗ੍ਰੀਨ, ਉਹਨਾਂ ਨੇ ਜਿਹੜੀ ਵਾਲ ਸੀ ਉਸਨੂੰ, ਕੰਧ ਸੀ ਉਸਨੂੰ ਪੇਂਟ ਕਰ ਦਿੱਤਾ, ਤਾਂ ਕਹੀ ਜੀ ਬਣਾਤੀ ਵੀ ਉਹ ਗ੍ਰੀਨ ਬਣਾਤੀ। ਸੋ ਦਿਸ ਆਰ ਦਾ ਕੰਪਲੀਮੈਂਟਸ, ਜੋ ਉਹ ਉਹਨਾਂ ਨੂੰ ਆਪਾਂ ਕੰਪਲੀਮੈਂਟ ਬੋਲਾਂਗੇ ਜੋ ਇਹ ਸਾਰੇ ਨੂੰ ਸੈਟਿਸਫਾਈ ਕਰਨ। ਪਹਿਲਾਂ ਟਰਾਂਸਟਿਵ ਵਰਬ ਹੋਵੇ, ਫਿਰ ਆਬਜੈਕਟ ਆਵੇ ਵੀ, ਫਿਰ ਕੰਪਲੀਮੈਂਟ। ਕੰਪਲੀਮੈਂਟ ਮੀਨਸ ਕੋਈ ਵੀ ਇੱਥੇ ਐਡਜੈਕਟਿਵ ਆਏਗਾ ਉਹਨੂੰ ਆਪਾਂ ਬੋਲਾਂਗੇ ਕੰਪਲੀਮੈਂਟ। ਸੋ ਦਿਸ ਆਰ ਦਾ ਜੋ ਵੀ ਇਸ ਤਰ੍ਹਾਂ ਬਣਦੇ ਨੇ, ਇਹਨਾਂ ਨੂੰ ਆਪਾਂ ਬੋਲਦੇ ਹਾਂ ਕਿ ਪ੍ਰੈਡੀਕੇਟਿਵ ਹੁੰਦੇ ਨੇ, ਇੱਕ ਹੁੰਦੇ ਨੇ ਵੀ ਐਟਰੀਬਿਊਟਿਵ। ਸੋ ਜਿਹੜੇ ਐਟਰੀਬਿਊਟ ਉਹ ਹੁੰਦੇ ਨੇ ਜੋ ਨਾਊਨ ਤੋਂ ਪਹਿਲਾਂ ਆਉਣ, ਅਤੇ ਪ੍ਰੈਡੀਕੇਟਿਵ ਉਹ ਹੁੰਦੇ ਨੇ ਜਿਹੜੇ ਲਿੰਕਿੰਗ ਵਰਬ ਤੋਂ ਬਾਅਦ 'ਚ ਆਉਣ। ਜਿਹੜੇ ਸਮਝਾਇਆ ਦਿਸ ਇਜ਼ ਦਾ ਐਕਸਟਰਾ, ਇਹਦੀ ਕੋਈ ਐਡੀ ਜ਼ਰੂਰਤ ਨਹੀਂ ਹੈ। ਅੱਗੇ ਅੱਗੇ ਵੀ ਪਾਰਟੀਸਿਪਲ ਐਡਜੈਕਟਿਵ। ਪਾਰਟੀਸਿਪਲ ਐਡਜੈਕਟਿਵ ਕੀ ਹੁੰਦੇ ਨੇ, ਇਹ ਇੱਕ ਪੂਰੀ ਮੀਨਜ਼ ਚੈਪਟਰ ਹੈ ਜਿਹਨੂੰ ਆਪਾਂ ਬੋਲਦੇ ਹਾਂ ਨੋਨ ਫਾਈਨਾਈਟ ਵਰਬਸ। ਉਹਦੇ ਵਿੱਚ ਇੱਕ ਹੁੰਦੇ ਨੇ ਇਨਫਿਨਿਟਿਵ, ਇੱਕ ਹੁੰਦੇ ਨੇ ਵੀ ਪਾਰਟੀਸਿਪਲ। ਸੋ ਪਾਰਟੀਸਿਪਲ ਜਦੋਂ ਐਡਜੈਕਟਿਵ ਦੀ ਤਰ੍ਹਾਂ ਯੂਜ਼ ਹੋਣ ਉਹਨੂੰ ਬੋਲਦੇ ਨੇ ਆਪਾਂ ਪ੍ਰੈਜ਼ੈਂਟ ਪਾਰਟੀਸਿਪਲ ਅਤੇ ਪਾਸਟ ਪਾਰਟੀਸਿਪਲ। ਸੋ ਦੇਖੋ ਇਹਦੇ ਵਿੱਚ ਥੋੜ੍ਹਾ ਜਿਹਾ ਦੱਸਿਆ ਵੀ ਗਿਆ, ਥੋੜ੍ਹਾ ਜਿਹਾ ਹੀ ਦੱਸਿਆ ਹੈ। ਅਗੇਨ ਲੁੱਕ ਐਟ ਦਾ ਫੋਲੋਇੰਗ ਸੈਂਟੈਂਸਿਸ, ਦਿਸ ਇਜ਼ ਐਨ ਇੰਟਰਸਟਿੰਗ ਸਟੋਰੀ, ਵੀ ਮੈਟ ਅ ਬਾਉਂਡ। ਦੇਖੋ ਇੰਟਰਸਟਿੰਗ ਤਾਂ ਸਭ ਨੇ ਪੜ੍ਹਿਆ ਹੋਵੇਗਾ, ਇਟ ਇਜ਼ ਅ ਵਰਬ। ਕੋਈ ਵੀ ਜਿਵੇਂ ਆਪਾਂ ਪੜ੍ਹਦੇ ਹਾਂ, ਇੰਟਰਸਟਿੰਗ ਮੀਨਸ ਇੱਕ ਆਪਾਂ ਵਰਬ ਦੀ ਤਰ੍ਹਾਂ ਯੂਜ਼ ਕਰਦੇ ਹਾਂ। ਸੋ ਜਦੋਂ ਇੰਟਰਸਟਿੰਗ ਹੈ ਉਹਦੇ ਪਿੱਛੇ ING ਲਗਾ ਦਈਏ ਤਾਂ ਉਹ ਬਣ ਜਾਂਦਾ ਇੱਕ ਪ੍ਰੈਜ਼ੈਂਟ ਪਾਰਟੀਸਿਪਲ। ਕੋਈ ਵੀ ਵਰਬ ਹੈ ਉਹਦੇ ਪਿੱਛੇ ਆਪਾਂ ਜਦੋਂ ING ਲਗਾ ਦਈਏ ਤਾਂ ਇੱਕ ਕੀ ਬਣ ਜਾਂਦਾ ਵੀ ਪ੍ਰੈਜ਼ੈਂਟ ਪਾਰਟੀਸਿਪਲ। ਅਗਰ ਉਹ ਇੱਥੇ ਐਡਜੈਕਟਿਵ ਦੀ ਤਰ੍ਹਾਂ ਯੂਜ਼ ਹੋ ਰਿਹਾ ਤਾਂ ਉਹਨੂੰ ਪ੍ਰੈਜ਼ੈਂਟ ਪਾਰਟੀਸਿਪਲ ਕਹਿ ਦਿੰਦੇ ਹਾਂ। ਅਗਰ ਉਹ ਨਾਊਨ ਦੀ ਤਰ੍ਹਾਂ ਯੂਜ਼ ਹੋਏਗਾ ਉਹਨੂੰ ਆਪਾਂ ਕੀ ਕਹਿੰਦੇ ਹਾਂ, ਜੀਰੰਡ। ਸੋ ਇੱਥੇ ਇਹ ਕਿਸ ਤਰ੍ਹਾਂ ਯੂਜ਼ ਹੋ ਰਿਹਾ ਵੀ ਐਡਜੈਕਟਿਵ ਦੀ ਤਰ੍ਹਾਂ, ਤਾਂ ਇਹਨੂੰ ਕੀ ਬੋਲਾਂਗੇ ਆਪਾਂ ਪ੍ਰੈਜ਼ੈਂਟ ਪਾਰਟੀਸਿਪਲ। ਸੋ ਇਹ ਪ੍ਰੈਜ਼ੈਂਟ ਪਾਰਟੀਸਿਪਲ ਹੈ ਵਰਬ ਹੈ, ਪਰ ਐਜ਼ ਐਡਜੈਕਟਿਵ ਯੂਜ਼ ਹੋ ਰਿਹਾ। ਦਿਸ ਇਜ਼ ਐਨ ਇੰਟਰਸਟਿੰਗ ਸਟੋਰੀ, ਇਹ ਕੀ ਹੈ ਬਹੁਤ ਹੀ ਦਿਲਚਸਪ ਸਟੋਰੀ ਹੈ। ਜਦੋਂ ਇਹ ਪਾਸਟ ਪਾਰਟੀਸਿਪਲ ED ਲੱਗੀ ਹੋਈ ਹੈ ਵੀ ਪਿੱਛੇ, ਪਾਸਟ ਪਾਰਟੀਸਿਪਲ ਬੋਲਦੇ ਇਹਨੂੰ। ਜਿਵੇਂ ਬਾਉਂਡ ਦੀ ਸੈਕਿੰਡ ਫਾਰਮ ਕੀ ਹੈ ਵੀ ਬਾਉਂਡਡ। ਸੋ ਬਾਉਂਡਡ ਸੋਲਜਰ, ਅਸੀਂ ਕਹਿੰਦੇ ਇੱਕ ਜ਼ਖਮੀ ਸੋਲਜਰ ਨੂੰ ਮਿਲੇ, ਤਾਂ ਇਹ ਵੀ ਇੱਕ ਐਡਜੈਕਟਿਵ ਦੀ ਤਰ੍ਹਾਂ ਯੂਜ਼ ਹੋ ਰਿਹਾ। ਸੋ ਦਿਸ ਇਜ਼ ਅ ਡੀਪ ਟੋਪਿਕ, ਦੇਅਰ ਇਜ਼ ਨੋ ਨੀਡ ਮੈਂ ਤੁਹਾਨੂੰ ਸਿਰਫ ਨੌਲੇਜ ਵਾਸਤੇ ਸਮਝਾ ਰਿਹਾ। ਸੋ ਦਿਸ ਆਰ ਦਾ ਪਾਰਟੀਸਿਪਲ ਐਡਜੈਕਟਿਵਸ। ਜਿਵੇਂ ਆਪਾਂ ਕਹਿ ਸਕਦੇ ਹਾਂ ਸ਼ੀ ਇਜ਼ ਵੈਰੀ ਸਮਾਈਲਿੰਗ ਗਰਲ, ਉਹ ਹਰ ਵਕਤ ਹੱਸਦੀ ਰਹਿੰਦੀ ਹੈ। ਇਸ ਤਰ੍ਹਾਂ ਵੀ ਆਪਾਂ ਸਮਾਈਲਿੰਗ ਆ ਗਿਆ ਇਸ ਤਰ੍ਹਾਂ। ਅੱਗੇ ਵੀ ਨੋਨ ਗ੍ਰੇਡੇਬਲ ਐਡਜੈਕਟਿਵਸ। ਇਹ ਕਿਹੜੇ ਹੁੰਦੇ ਨੇ ਵੀ, ਨੋਨ ਗ੍ਰੇਡੇਬਲ ਉਹ ਹੁੰਦੇ ਨੇ ਵੀ ਜਿਸ ਤੋਂ ਮੀਨਸ ਪਹਿਲਾਂ ਕੋਈ ਵੀ ਐਡਵਰਬ ਬਣਾ ਸਕੇ। ਦੇਖੋ ਮੋਸਟ ਐਡਜੈਕਟਿਵਸ ਆਰ ਗ੍ਰੇਡੇਬਲ। ਗ੍ਰੇਡੇਬਲ ਹੁੰਦੇ ਨੇ ਜ਼ਿਆਦਾਤਰ ਕਹਿੰਦੇ ਐਡਜੈਕਟਿਵਸ, ਦੇ ਕੈਨ ਹੈਵ ਕੰਪੈਰੇਟਿਵ ਐਂਡ ਸੁਪਰਲੇਟਿਵ ਡਿਗਰੀਜ਼, ਦੇ ਕੈਨ ਬੀ ਮੋਡੀਫਾਈਡ ਬਾਏ ਦਾ ਇੰਟੈਂਸੀਫਾਇਰ। ਇੰਟੈਂਸੀਫਾਇਰ ਹੁੰਦੇ ਨੇ ਵੀ ਮੀਨਸ ਜੋ ਕੀ ਕਰਦਾ ਨਾ ਉਸਦੀ ਤਾਕਤ ਵਧਾਉਣ, ਕਿਹਦੀ ਜਿਹੜਾ ਵੀ ਆਪਣਾ ਐਡਜੈਕਟਿਵ ਹੁੰਦਾ ਉਸਨੂੰ ਹੋਰ ਮੀਨਸ ਉਹਨੂੰ ਐਮਫਾਸਿਸ ਕਰ ਦੇਣ। ਜਿਵੇਂ ਮੈਂ ਕਹਾਂ ਹੀ ਇਜ਼ ਦਾ ਪਰਫੈਕਟ ਪਰਸਨ, ਅਗਰ ਮੈਂ ਇਹਦੇ ਅੱਗੇ ਵੈਰੀ ਲਗਾ ਦਾਂਗਾ ਤਾਂ ਉਹ ਥੋੜ੍ਹਾ ਇੰਟੈਂਸੀਫਾਇਰ ਹੋ ਜਾਏਗਾ, ਪਰ ਪਰਫੈਕਟ ਇੱਥੇ ਜਿਹੜਾ ਹੈਗਾ ਗ੍ਰੇਡੇਬਲ ਹੈ, ਸੌਰੀ ਨੋਨ ਗ੍ਰੇਡੇਬਲ ਹੈ, ਗ੍ਰੇਡੇਬਲ ਨਹੀਂ ਹੈ। ਸੋ ਜਿਹਦੇ ਅੱਗੇ ਆਪਾਂ ਕੋਈ ਵਰਬ ਲਗਾ ਦਈਏ ਉਹਨੂੰ ਆਪਾਂ ਬੋਲ ਦਿਆਂਗੇ ਗ੍ਰੇਡੇਬਲ। ਜਿਵੇਂ ਦੇਖੋ ਇੱਥੇ ਰਿਚ ਕੀ ਹੈ ਵੀ, ਰਿਚ ਕੀ ਹੈ ਇੱਕ, ਫਸਟ ਆਫ ਆਲ ਰਿਚ ਕੀ ਇੱਕ ਐਡਜੈਕਟਿਵ ਹੈ, ਉਹਦੇ ਅੱਗੇ ਆਪਾਂ ਨੇ ਇੱਕ ਵਰਡ ਲਗਾਤਾ ਬੈਰੀ, ਬੈਰੀ ਵੀ ਇੱਕ ਐਡਜੈਕਟਿਵ ਹੈ, ਪਰ ਇਹਨੂੰ ਆਪਾਂ ਐਜ਼ ਏ ਐਡਵਰਬ ਯੂਜ਼ ਕਰਦੇ ਹਾਂ। ਸੋ ਵੈਰੀ ਜਦੋਂ ਆਪਾਂ ਅੱਗੇ ਲਗਾਤਾ ਇਹਨੇ ਰਿਚ ਦੀ ਥੋੜ੍ਹੀ ਜਿਹੀ ਤਾਕਤ ਵਧਾਤੀ, ਆਪਾਂ ਕਹਾਂਗੇ ਹੀ ਇਜ਼ ਅ ਰਿਚ ਮੈਨ, ਉਹ ਬਹੁਤ ਅਮੀਰ ਆਦਮੀ ਹੈ। ਅਗਰ ਕਹਾਂਗੇ ਹੀ ਇਜ਼ ਵੈਰੀ ਰਿਚ ਮੈਨ ਤਾਂ ਕਹਾਂਗੇ ਉਹ ਬਹੁਤ ਅਮੀਰ ਆਦਮੀ ਹੈ।
ਸੋ ਜਿਹੜੇ ਇੰਟੈਂਸੀਫਾਇਰ ਨਾਲ ਐਡਜੈਕਟਿਵ ਯੂਜ਼ ਹੋਣ ਉਹਨੂੰ ਬੋਲਦੇ ਆਪਾਂ ਗ੍ਰੇਡੇਬਲ, ਜਿਹੜੇ ਨਾ ਹੋਣ ਉਹਨੂੰ ਬੋਲਦੇ ਆ ਨਾਨ ਗ੍ਰੇਡੇਬਲ। ਸੋ ਇਹ ਕੀ ਹੁੰਦੇ ਨੇ ਵੀ, ਅੱਗੇ ਦੇਣਗੇ ਵੀ ਜਿਹੜੇ ਕੁਛ ਕੁ ਐਡਜੈਕਟਿਵ ਨੇ ਜਿਵੇਂ ਇੱਥੇ ਦਿੱਤੇ ਗਏ ਨੇ, ਦੇਖੋ ਬਟ ਦੇयर ਇਜ਼ ਸਮ ਐਡਜੈਕਟਿਵ ਵਿਚ ਡੋਂਟ ਟੇਕ ਦ ਡਿਗਰੀਜ਼ ਆਫ ਕੰਪੈਰੀਜ਼ਨ ਔਰ ਮੋਡੀਫਾਈਡ ਬਾਈ ਐਡਵਰਬ, ਦੇ ਆਰ ਕਾਲਡ ਨਾਨ ਗ੍ਰੇਡੇਬਲ। ਦੇਖੋ ਵੀ ਇਹਨਾਂ ਦੀ ਡਿਗਰੀ ਨਹੀਂ ਬਣ ਸਕਦੀ, ਨਾ ਹੀ ਇਹਨਾਂ ਅੱਗੇ ਆਪਾਂ ਕੋਈ ਐਡਵਰਬ ਲਗਾ ਸਕਦੇ ਹਾਂ, ਜਿਵੇਂ ਐਬਸੋਲਿਊਟ, ਐਮਪਟੀ, ਮੋਲ, ਬੇਸਿਕ, ਪਰਫੈਕਟ, ਫੈਟਲ, ਨੈਸ਼ਨਲ, ਰਾਈਟ, ਸੈਂਟਰਲ, ਗੋਲਡਨ, ਇਹ ਸਾਰੇ ਵੀ ਤੁਹਾਨੂੰ ਤੁਸੀਂ ਯਾਦ ਕਰ ਸਕਦੇ ਹੋ, ਬਟ ਦੇयर ਇਜ਼ ਨੋ ਨੀਡ, ਤੁਸੀਂ ਯਾਦ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਫॉर योर एक्स्ट्रा नॉलेज। देखो भी आगे यूज़ ऑफ एट्रीब्यूटिव एंड प्रेडिकेटिव एडजेक्टिव्स। मोस्ट एडजेक्टिव्स कैन बी यूज्ड बोथ एट्रीब्यूटिवली एंड प्रेडिकेटिवली, बट देयर आर सम विच कैन बी यूज्ड इन वन पोजीशन और अदर। देखो भी सारे ਜਿਹੜੇ ਕਹਿੰਦੇ ਐਡਜੈਕਟਿਵ ਨੇ ਉਹਨਾਂ ਨੂੰ ਆਪਾਂ ਐਟਰੀਬਿਊਟਿਵਲੀ ਵੀ ਯੂਜ਼ ਕਰ ਸਕਦੇ ਹਾਂ ਤੇ ਪ੍ਰੈਡੀਕੇਟਿਵਲੀ ਮੀਨਸ ਨਾउन ਤੋਂ ਪਹਿਲਾਂ ਵੀ ਯੂਜ਼ ਕਰ ਸਕਦੇ ਹਾਂ ਤੇ ਲਿੰਕ ਵਰਬ ਤੋਂ ਬਾਅਦ ਵੀ, ਪਰ ਕੁਝ ਕੁ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਦੋਹੇ ਤਰੀਕਿਆਂ ਨਾਲ ਯੂਜ਼ ਨਹੀਂ ਕਰ ਸਕਦੇ। ਦੇਖੋ ਵੀ ਇੱਥੇ ਹੁਣ ਥੋੜ੍ਹੇ ਜਿਹੜੀ ਤੁਸੀਂ ਆਮ ਇੰਗਲਿਸ਼ ਬੋਲਦੇ ਹੋ ਤੁਹਾਡੀ ਗਲਤ ਤੁਹਾਨੂੰ ਸਾਹਮਣੇ ਆਏਗੀ। ਅ ਸਰਟਨ ਵਿਨਰ, ਇਹਨੂੰ ਆਪਾਂ ਸਰਟਨ ਵਿਨਰ ਹੀ ਬੋਲ ਸਕਦੇ ਹਾਂ। ਅ ਵਿਨਰ ਇਜ਼ ਸਰਟਨ ਮੀਨਸ ਸਰਟਨ ਨੂੰ ਆਪਾਂ ਹਮੇਸ਼ਾ ਨਾउन ਤੋਂ ਪਹਿਲਾਂ ਹੀ ਯੂਜ਼ ਕਰ ਸਕਦੇ ਹਾਂ। ਅ ਰੀਅਲ ਹੀਰੋ, ਰੀਅਲ ਇੱਕ ਐਡਜੈਕਟਿਵ ਹੈ, ਇਸਨੂੰ ਆਪਾਂ ਹੀਰੋ ਨਾउन ਤੋਂ ਪਹਿਲਾਂ ਹੀ ਯੂਜ਼ ਕਰ ਸਕਦੇ ਹਾਂ, ਨਾ ਕਿ ਬਾਅਦ 'ਚ। ਅ ਕੰਪਲੀਟ ਫੂਲ, ਅ ਫੂਲ ਇਜ਼ ਕੰਪਲੀਟ, ਕੰਪਲੀਟ ਨੂੰ ਹਮੇਸ਼ਾ ਨਾउन ਨਾਲ ਹੀ ਯੂਜ਼ ਕਰ ਸਕਦੇ ਹਾਂ। ਹੁਣ ਥੋੜ੍ਹੇ ਜਿਹੇ ਕੀ ਨੇ ਜਿਹੜੇ ਪ੍ਰੈਡੀਕੇਟਿਵ ਨੇ, ਉਹ ਕੀ ਨੇ ਵੀ, ਅ ਮੈਨ ਇਜ਼ ਐਜ਼ਲੀਪ, ਐਜ਼ਲੀਪ ਮੀਨਸ ਕੋਈ ਇਨਸਾਨ ਸੁੱਤਾ ਪਿਆ। ਸੋ ਐਨ ਐਜ਼ਲੀਪ ਮੈਨ ਆਪਾਂ ਕਦੇ ਨਹੀਂ ਲਿਖ ਸਕਦੇ, ਮੀਨਸ ਨਾउन ਤੋਂ ਪਹਿਲਾਂ ਆਪਾਂ ਐਜ਼ਲੀਪ ਨੂੰ ਲਿਖ ਨਹੀਂ ਸਕਦੇ, ਹਮੇਸ਼ਾ ਲਿੰਕਿੰਗ ਵਰਡ ਤੋਂ ਬਾਅਦ ਹੀ ਹੈਗਾ। ਇਟ ਮੀਨਸ ਇਹ ਕੀ ਹੈਗਾ ਵੀ ਪ੍ਰੈਡੀਕੇਟਿਵ ਹੈ, ਇਹ ਐਟਰੀਬਿਊਟਿਵ ਨਹੀਂ ਹੋ ਸਕਦਾ। ਸੇਮ ਅਫਰੈਡ ਹੈ ਵੀ ਅਲਾਈਵ ਹੈ। ਸੋ ਨੈਕਸਟ ਕੀ ਹੈ ਵੀ ਸਮ ਐਡਜੈਕਟਿਵਸ ਦੈਟ ਕੈਨ ਬੀ ਯੂਜ਼ਡ ਓਨਲੀ ਐਟਰੀਬਿਊਟਿਵਲੀ। ਦੇਖੋ ਇਹ ਸਾਰੇ ਕਮਾਂਡਿੰਗ ਹੋ ਗਿਆ, ਲਵ ਹੋ ਗਿਆ, ਸਪਲੀਮੈਂਟਰੀ, ਐਗजिस्टिंग, ਮੈਕਸਿਮਮ, ਸਕੈਂਟ, ਇਨਐਵਿਟੇਬਲ, ਰੈਮੀਡੀਅਲ, ਇੰਡੋ, ਪੁਨਿਸ਼ਿੰਗ, ਆਊਟਵਰਡ, ਇਹ ਸਾਰੇ ਆਪਾਂ ਐਟਰੀਬਿਊਟਿਵਲੀ ਹੀ ਯੂਜ਼ ਕਰ ਸਕਦੇ ਹਾਂ, ਮੀਨਸ ਨਾउन ਤੋਂ ਪਹਿਲਾਂ ਹੀ ਯੂਜ਼ ਕਰ ਸਕਦੇ ਹਾਂ। ਸਮ ਐਡਜੈਕਟਿਵਸ ਕੈਨ ਬੀ ਯੂਜ਼ਡ ਬਾਈ ਪ੍ਰੈਡੀਕੇਟਿਵਲੀ, ਜਿਹੜੇ ਪ੍ਰੈਡੀਕੇਟਿਵਲੀ ਯੂਜ਼ ਹੁੰਦੇ ਨੇ ਲਿੰਕਿੰਗ ਵਰਬ ਤੋਂ ਬਾਅਦ ਯੂਜ਼ ਹੁੰਦੇ ਨੇ, ਉਹ ਇਹ ਨੇ। ਸੋ ਅੱਗੇ ਆ ਗਿਆ ਵੀ ਆਰਡਰ ਆਫ ਐਡਜੈਕਟਿਵਸ। ਵੈਨ ਵੀ ਯੂਜ਼ ਮੋਰ ਦੈਨ ਵਨ ਐਡਜੈਕਟਿਵ ਇਨ ਅ ਨਾउन ਗਰੁੱਪ ਦ ਯੂਜ਼ੂਅਲ ਆਰਡਰ ਫਾਰ, ਇਹ ਬਹੁਤ ਜ਼ਰੂਰੀ ਹੈ ਵੀ ਜੋ ਉੱਪਰ ਕਰਵਾਏ ਨੇ ਉਹਨਾਂ ਦੀ ਤੁਹਾਡੇ ਐਕਸਰਸਾਈਜ਼ ਦੇ ਵਿੱਚ ਕੋਈ ਖਾਸ ਜ਼ਰੂਰਤ ਨਹੀਂ ਹੈ, ਪਰ ਇਹਦੀ ਜ਼ਰੂਰਤ ਹੋਏਗੀ। ਪਹਿਲਾ ਕੀ ਹੈਗਾ ਕੁਆਲੀਟੇਟਿਵ ਐਡਜੈਕਟਿਵ, ਫਿਰ ਕਲਰਫੁਲ ਐਡਜੈਕਟਿਵ, ਫਿਰ ਕਲਾਸੀਫਾਈਂਗ। ਦੇਖੋ ਜਦੋਂ ਆਪਾਂ ਕੋਈ ਸੈਂਟੈਂਸ ਲਿਖਦੇ ਹਾਂ, ਕੋਈ ਸੈਂਟੈਂਸ ਆਪਾਂ ਲਿਖਦੇ ਹਾਂ, ਉਹਦੇ ਵਿੱਚ ਇੱਕ ਤੋਂ ਵੱਧ ਐਡਜੈਕਟਿਵ ਹੁੰਦੇ ਨੇ, ਤਾਂ ਆਪਾਂ ਇਹ ਦੇਖਣਾ ਵੀ ਪਹਿਲਾਂ ਕਿਹੜਾ ਐਡਜੈਕਟਿਵ ਲਿਖਣਾ, ਫਿਰ ਕਿਹੜਾ ਐਡਜੈਕਟਿਵ ਲਿਖਣਾ, ਫਿਰ ਕਿਹੜਾ ਲਿਖਣਾ। ਇਸ ਤਰ੍ਹਾਂ ਦੇਖੋ ਨਾउन ਤਾਂ ਸਭ ਤੋਂ ਐਂਡ 'ਤੇ ਹੀ ਹੈਗਾ, ਤਾਂ ਸਭ ਨੂੰ ਪਤਾ ਹੈ। ਸੋ ਸਭ ਤੋਂ ਪਹਿਲਾਂ ਕੀ ਹੈਗੀ ਵੀ ਕੁਆਲਿਟੀ। ਦੇਖੋ ਇਹਨਾਂ ਨੇ ਇੱਕ ਇੱਥੇ ਜਿਹੜਾ ਸੈਂਟੈਂਸ ਹੈ ਉਹ ਲਿਖਿਆ ਹੋਇਆ, ਸੈਂਟੈਂਸ ਕਿਹੜਾ ਵੀ, ਜਿਵੇਂ ਅ ਸਮੋਲ ਬਲੂ ਪਲਾਸਟਿਕ, a small blue plastic chair। ਸੋ ਇਹਦੇ ਵਿੱਚ ਕੀ ਹੈ ਵੀ ਅ ਸਮੋਲ ਬਲੂ ਪਲਾਸਟਿਕ ਚੇਅਰ। ਦੇਖੋ ਸਮੋਲ ਕੀ ਹੈ ਵੀ ਇਹ ਵੀ ਇੱਕ ਐਡਜੈਕਟਿਵ ਹੈ, ਬਲੂ ਕੀ ਹੈ ਵੀ ਇੱਕ ਐਡਜੈਕਟਿਵ ਹੈ ਕਿਉਂਕਿ ਨੀਲਾ ਦੱਸਦਾ ਕਿਸੇ ਬਾਰੇ, ਪਲਾਸਟਿਕ ਵੀ ਇੱਕ ਐਡਜੈਕਟਿਵ ਹੈ ਕਿਉਂਕਿ ਆਪਾਂ ਜਦੋਂ ਕਿਸ ਚੀਜ਼ ਬਾਰੇ ਦੱਸਾਂ ਕਿਸ ਚੀਜ਼ ਦੀ ਬਣੀ ਹੋਈ ਹੈ, ਪਲਾਸਟਿਕ ਦੀ ਬਣੀ ਹੈ, ਵੁੱਡ ਦੀ ਬਣੀ ਹੈ। ਚੇਅਰ ਕੀ ਹੈ ਵੀ ਇੱਕ ਕਾਮਨ ਨਾउन ਹੈ। ਸੋ ਆਪਾਂ ਨੇ ਜਦੋਂ ਇਹ ਸਾਰਾ ਸੈਂਟੈਂਸ ਲਿਖਾਂਗੇ ਤਾਂ ਸਭ ਤੋਂ ਪਹਿਲਾਂ ਇਹ ਚੀਜ਼ ਰੱਖਣੀ, ਸਭ ਤੋਂ ਪਹਿਲਾਂ ਆਪਾਂ ਕੁਆਲਿਟੀ ਲਿਖਾਂਗੇ। ਕੁਆਲਿਟੀ ਕੀ ਹੈ, ਛੋਟੀ ਹੈ, ਵੱਡੀ ਹੈ, ਉੱਚੀ ਹੈ, ਚੌੜੀ ਹੈ, ਤਾਂ ਇੱਥੇ ਛੋਟੀ ਹੈ। ਇਸ ਤੋਂ ਬਾਅਦ ਲਿਖਾਂ ਵੀ ਕਲਰ ਕਿਹੜਾ ਉਹਦਾ, ਚਿੱਟਾ, ਕਾਲਾ, ਨੀਲਾ, ਪੀਲਾ, ਸੋ ਬਲੂ। ਫਿਰ ਉਹਦਾ ਜਿਹੜਾ ਕਲਾਸ ਹੈ, ਮੀਨਸ ਕਲਾਸ ਕਿਸ ਚੀਜ਼ ਦੀ ਬਣੀ ਹੋਈ ਹੈ, ਕਿਹੜੀ ਕਲਾਸ ਉਹਦੀ, ਪਲਾਸਟਿਕ ਹੈ ਜਾਂ ਕੋਈ ਉਹ ਕੰਕਰੀਟ ਦੀ ਬਣੀ ਹੋਈ ਹੈ ਕੋਈ ਚੀਜ਼, ਜਾਂ ਫਿਰ ਉਹ ਵੁੱਡ ਦੀ ਬਣੀ ਹੋਈ ਹੈ ਕੋਈ ਚੀਜ਼, ਇਸ ਤਰ੍ਹਾਂ, ਜਾਂ ਰਬਰ ਦੀ ਬਣੀ ਹੋਈ ਹੈ। ਸੋ ਸਭ ਤੋਂ ਪਹਿਲਾਂ ਆਪਾਂ ਚੱਕਾਂਗੇ ਉਹ ਚੀਜ਼ ਦੀ ਕੁਆਲਿਟੀ, ਦੈਨ ਕਲਰ, ਦੈਨ ਕਲਾਸ। ਦੇਖੀਏ ਇੱਥੇ ਸਾਰੀਆਂ ਐਗਜ਼ਾਮਪਲ ਵੀ ਦਿੱਤੀਆਂ ਹੋਈਆਂ ਨੇ ਆਪਾਂ ਨੂੰ। ਲਾਸਟ ਦੇਖ ਲਓ, ਅ ਰਾਈਪ ਕੁਆਲਿਟੀ ਹੈ, ਜੈਲੋ ਇੰਡੀਅਨ ਫਰੂਟ, ਅ ਰਾਈਪ ਜੈਲੋ ਇੰਡੀਅਨ ਫਰੂਟ ਮੀਨਸ ਅੰਬ, ਮੈਂਗੋ। ਮੀਨਸ ਆਪਾਂ ਨੇ ਸਭ ਤੋਂ ਪਹਿਲਾਂ ਜਦੋਂ ਇੱਕ ਸੈਂਟੈਂਸ ਲਿਖਾਂਗੇ ਤੁਹਾਨੂੰ ਤੁਸੀਂ ਇੱਥੇ ਇਹ ਨਹੀਂ ਲਿਖ ਸਕਦੇ ਅ ਰਾਈਪ ਇੰਡੀਅਨ ਜੈਲੋ ਫਰੂਟ, ਤੁਸੀਂ ਕੀ ਲਿਖਣਾ, ਅ ਰਾਈਪ ਜੈਲੋ ਇੰਡੀਅਨ ਫਰੂਟ। ਸੋ ਦਿਸ ਕਾਈਂਡ ਆਫ ਥਿੰਗਸ। So we will stop here and what is the homework? We will discuss the remaining chapter in the next video. So what is the homework? This is very big chapter.
Yes, first of all, you have to solve the second exercise. Listen carefully. First of all, the second exercise which you have to solve. Encircle the adjectives in the following paragraph. अपने सिर्फ ਇਹਦੇ ਵਿੱਚ adjective ਲੱਭਣੇ ਨੇ ਵੀ ਕਿਹੜੇ adjective ਨੇ। ਦੇਖੋ ਵੀ ਕਿਹੜੇ ਨੇ। small ਆ ਗਿਆ ਵੀ ਵਿਲੇਜ ਤੋਂ ਪਹਿਲਾਂ ਦੇਖ ਨਾउन ਤੋਂ ਪਹਿਲਾਂ ਲੱਗੇ ਮੀਨਜ ਛੋਟਾ। ਦ ਪੀਪਲ ਆਫ ਵਿਲੇਜ ਬਰ ਸਿੰਪਲ ਬਹੁਤ ਕੀ ਨੇ ਉਹ ਕੀ ਕਹਿ ਸਕਦੇ ਆਪਾਂ ਮੀਨਜ ਸਿੰਪਲ ਨੇ ਜੋ ਕਿ ਹੁੰਦੇ ਨੇ ਮੀਨਜ ਜਿਨ੍ਹਾਂ ਦੇ ਵਿੱਚ ਫੈਸ਼ਨ ਵਗੈਰਾ ਨਹੀਂ ਹੁੰਦਾ ਜੋ ਬਹੁਤ ਭੋਲੇ ਹੁੰਦੇ ਨੇ ਉਸ ਤਰ੍ਹਾਂ। ਇਟ ਵਾਜ਼ ਅ ਡੇ ਆਫ ਰਿਲੀਜੀਅਸ ਫੈਸਟੀਵਲ ਕਾਮਨ ਨਾउन ਹੈ ਵੀ ਰਿਲੀਜ ਕੀ ਆ ਗਿਆ ਇਹਦੇ ਵਿੱਚ ਰਿਲੀਜੀਅਸ ਕੀ ਆ ਗਿਆ ਵੀ ਇੱਕ ਐਡਜੈਕਟਿਵ ਆ ਗਿਆ। ਸੋ ਇਸ ਤਰ੍ਹਾਂ ਤੁਸੀਂ ਜਿਹੜੀ ਸੈਕੰਡ ਐਕਸਰਸਾਈਜ਼ ਹੈ ਉਸਨੂੰ ਐਨਸਰਕਲ ਕਰਨਾ ਜਿਹੜੇ ਵੀ ਇਹਦੇ ਵਿੱਚ ਕੀ ਨੇ ਐਡਜੈਕਟਿਵ ਨੇ। ਇਸ ਤੋਂ ਬਾਅਦ ਵੀ ਕਿਹੜੀ ਐਕਸਰਸਾਈਜ਼ ਕਰਨੀ ਹੈ ਥਰਡ ਐਕਸਰਸਾਈਜ਼ ਨਹੀਂ ਹੋ ਸਕਦੀ ਅਜੇ ਕਰਵਾਇਆ ਨਹੀਂ ਇਸਦਾ। ਫਿਫਥ ਵੀ ਨਹੀਂ ਹੋ ਸਕਦੀ ਸਿਕਸਥ ਵੀ ਨਹੀਂ ਹੋ ਸਕਦੀ ਸਿਕਸਥ ਵੀ ਨਹੀਂ ਹੋ ਸਕਦੀ। ਸੋ ਸੈਵਨਥ ਹੋ ਸਕਦੀ ਹੈਗੀ। ਆਪਾਂ ਨੇ ਕੀ ਕਰਨਾ ਜਿਹੜੇ ਨਾउन ਨੇ ਉਹਨਾਂ ਨੂੰ ਐਡਜੈਕਟਿਵ ਦੇ ਵਿੱਚ ਚੇਂਜ ਕਰਨਾ ਹੈ। ਜਿਵੇਂ ਵੀ ਇਹਦੇ ਵਿੱਚੋਂ ਕੁਛ ਕੁ ਦੇਖ ਲਓ। ਕੋਰੇਜ ਆ ਗਿਆ ਵੀ ਕਰੇਜ ਦਾ ਆ ਗਿਆ ਕੋਰੇਜੀਅਸ। ਸਿਲਕ ਦਾ ਕੀ ਆ ਜਾਏਗਾ ਵੀ ਸਿਲਕਨ। ਡਰਟ ਦਾ ਡਰਟੀਐਸਟ। ਕੇਅਰ ਦਾ ਕੇਅਰਫੁਲ। ਇਸ ਤਰ੍ਹਾਂ ਇਹ ਤੁਸੀਂ ਨੇ ਜਿਹੜੀ ਸੈਵਨਥ ਐਕਸਰਸਾਈਜ਼ ਹੈ ਉਸਨੂੰ ਕੀ ਕਰਨਾ ਵੀ ਸੋਲਵ ਕਰਨਾ। ਜਿਵੇਂ ਅੱਗੇ ਵੀ ਬਹੁਤ ਨੇ ਵੀ ਜਿਵੇਂ ਇਹਨੂੰ ਵਿੱਚ ਆਪਾਂ ਕਹਿ ਸਕਦੇ ਹਾਂ ਰੇਨ ਦਾ ਆ ਗਿਆ ਰੇਨੀ। ਹੋਪਫੁਲ ਆ ਜਾਏਗਾ ਇਸ ਦਾ ਵੀ। ਸੈਂਸ ਦਾ ਸੈਂਸੀਬਲ ਆ ਜਾਏਗਾ। ਗੋਲਡ ਦਾ ਗੋਲਡਨ ਆ ਜਾਏਗਾ ਇਸ ਤਰ੍ਹਾਂ। ਚਾਈਲਡ ਦਾ ਚਾਈਲਡਿਸ਼ ਆ ਜਾਏਗਾ ਵੀ। ਗਲੋਰੀ ਦਾ ਗਲੋਰੀਅਸ ਆ ਜਾਏਗਾ। ਟਰਬਲ ਦਾ ਟਰਬਲਸਮ ਆ ਜਾਏਗਾ। ਸੋ ਯੂ ਹੈਵ ਟੂ ਫਿਲ ਦਿਸ ਬਲੈਂਕਸ ਵਿਦ ਦਾ ਹੈਲਪ ਆਫ ਦਾ ਨਾउन्स ਯੂ ਹੈਵ ਟੂ ਰਾਈਟ ਦਾ ਐਡਜੈਕਟਿਵਸ। ਸੋ ਅੱਗੇ ਤੁਸੀਂ ਨੇ ਸੋਲਵ ਕਰਨਾ ਵੀ 8th। ਇਹਦੇ ਵਿੱਚ ਕੀ ਕਰਨਾ ਵੀ ਯੂਜ਼ ਈਚ ਆਫ ਦਾ ਫੋਲੋਇੰਗ ਐਡਜੈਕਟਿਵਸ ਐਂਡ ਸੈਂਟੈਂਸ। ਆਪਣੇ ਬਸ ਕੁਛ ਨਹੀਂ ਕਰਨਾ ਜਿਹੜੇ ਆਪਾਂ ਨੂੰ ਐਡਜੈਕਟਿਵ ਦਿੱਤੇ ਹੋਏ ਨੇ ਉਹਨੂੰ ਐਜ਼ ਅ ਸੈਂਟੈਂਸ ਯੂਜ਼ ਕਰਨਾ। ਤੁਸੀਂ ਲਿੰਕਿੰਗ ਵਰਬ ਤੋਂ ਬਾਅਦ ਵੀ ਯੂਜ਼ ਕਰ ਸਕਦੇ ਹੋ ਅਤੇ ਨਾउन ਤੋਂ ਪਹਿਲਾਂ ਵੀ ਯੂਜ਼ ਕਰ ਸਕਦੇ ਹੋ। ਜਿਵੇਂ ਫਸਟ ਦਾ ਕੀ ਲਿਖ ਸਕਦੇ ਆਪਾਂ ਦਿਸ ਇਜ਼ ਵੈਰੀ ਈਜੀ ਕੁਐਸਚਨ ਕੀ ਹੈ ਇੱਕ ਕਾਮਨ ਨਾउन ਹੈ ਈਜੀ ਉਸ ਤੋਂ ਪਹਿਲਾਂ ਲਗਾ ਦਿਓ। ਨੈਕਸਟ ਕੀ ਹੈ ਡਾਊਟਫੁਲ ਦਿਸ ਕੁਐਸਚਨ ਇਜ਼ ਵੈਰੀ ਡਾਊਟਫੁਲ ਇਹ ਕੁਐਸਚਨ ਕੀ ਹੈ ਬਹੁਤ ਜ਼ਿਆਦਾ ਡਾਊਟਫੁਲ ਹੈ ਲਿੰਕਿੰਗ ਵਰਬ ਤੋਂ ਬਾਅਦ ਯੂਜ਼ ਹੋਇਆ। ਪੇਨਫੁਲ ਦੈਟ ਇਵੈਂਟ ਇਜ਼ ਵੈਰੀ ਪੇਨਫੁਲ ਉਹ ਜਿਹੜਾ ਇਵੈਂਟ ਸੀ ਉਹ ਬਹੁਤ ਪੇਨਫੁਲ ਸੀ ਆਪਾਂ ਨੂੰ ਕੀ ਕੀਤਾ ਵੀ ਲਿੰਕਿੰਗ ਵਰਬ ਤੋਂ ਬਾਅਦ ਯੂਜ਼ ਕਰ ਲਿਆ। ਹੋਰ ਬਹੁਤ ਨੇ ਅਗਲੀ ਦੈਟ ਬੋਏ ਇਜ਼ ਵੈਰੀ ਅਗਲੀ ਜਾਂ ਦੈਟ ਇਜ਼ ਵੈਰੀ ਅਗਲੀ ਬੋਏ। ਦੈਟ ਇਜ਼ ਵੈਰੀ ਹੈਂਡਸਮ ਬੋਏ। ਦੈਟ ਬੋਏ ਇਜ਼ ਵੈਰੀ ਲੋਇਲ। ਇਸ ਤਰ੍ਹਾਂ ਤੁਸੀਂ ਨੇ ਸਾਰੇ ਕੀ ਕਰਨੇ ਨੇ ਯੂਜ਼ ਕਰਨੇ। ਸੋ ਡੋਂਟ ਵਰੀ ਆਈ ਵਿਲ ਸੈਂਡ ਦਾ ਅ ਫੋਟੋ ਫਰੋਮ ਵਿਚ ਯੂ ਕੈਨ ਟੇਕ ਦਾ ਹੈਲਪ। ਵਾਟ ਇਜ਼ ਦਾ ਨੈਕਸਟ ਵਨ 9th ਕੀ ਹੈ ਵੀ ਐਨਸਰਕਲ ਦਾ ਐਡਜੈਕਟਿਵਸ ਇਨ ਦਾ ਫੋਲੋਇੰਗ ਸੈਂਟੈਂਸ। ਆਪਾਂ ਨੇ ਉਹ ਜਿਹੜੇ ਐਡਜੈਕਟਿਵ ਨੇ ਇਹਦੇ ਵਿੱਚ ਉਹਨਾਂ ਨੂੰ ਆਪਾਂ ਨੇ ਸਰਕਲ ਕਰਨਾ ਕਿਹੜੇ ਨੇ ਵੀ ਆਪਾਂ ਉਹ ਲੱਭਾਂਗੇ ਇਸ ਦੇ ਵਿੱਚੋਂ। ਡੈਲੀ ਇਜ਼ ਅ ਲਾਰਜੈਸਟ ਸਿਟੀ। ਦੇਖੋ ਵੀ ਡੈਲੀ ਕੀ ਹੈ ਨਾउन ਹੈ ਕੀ ਹੈ ਇੱਕ ਡਿਟਰਮੀਨਰ ਹੈ। ਸਿਟੀ ਕੀ ਇਹਦੇ ਵਿੱਚ ਨਾउन ਆ ਗਿਆ ਤਾਂ ਉਹਦੇ ਅੱਗੇ ਕਿਹੜਾ ਲੱਗਿਆ ਹੋਇਆ ਸਲਾਰਜ। ਲਾਰਜ ਕੀ ਆ ਜਾਏਗਾ ਵੀ ਇਹਦੇ ਵਿੱਚ ਐਡਜੈਕਟਿਵ ਆ ਜਾਏਗਾ। ਸੋ ਇਹਦੇ ਵਿੱਚ ਦੇਖੋ ਮੈਨ ਇੱਕ ਕਾਮਨ ਉਹਨਾਂ ਤਾਂ ਓਨੈਸਟ ਕੀ ਆ ਜਾਏਗਾ ਵੀ ਐਡਜੈਕਟਿਵ ਆ ਜਾਏਗਾ। ਹੀ ਕੀ ਇਹਦੇ ਵਿੱਚ ਸਬਜੈਕਟ ਹੈ ਜਿਹੜਾ ਇਜ ਹੈ ਉਹ ਕੀ ਹੈ ਵੀ ਲਿੰਕਿੰਗ ਵਰਬ ਹੈ। ਐਨ ਕੀ ਹੈ ਇੱਕ ਡਿਟਰਮੀਨਰ ਹੈ। ਸੋ ਅੱਗੇ ਦੇਖੋ ਇਹਦੇ ਵਿੱਚ ਕੀ ਆ ਗਿਆ ਜਿਵੇਂ ਹੀ ਕੀ ਹੈ ਵੀ ਫਿਰ ਇੱਕ ਨਾउन ਆ ਗਿਆ ਟੁੱਕ ਵਰਬ ਆ ਗਿਆ। ਗ੍ਰੇਟ ਆ ਗਿਆ ਵੀ ਗ੍ਰੇਟ ਕੀ ਇਹਦੇ ਵਿੱਚ ਐਡਜੈਕਟਿਵ ਆ ਗਿਆ। ਸੋ ਕੇਅਰ ਕੀ ਆ ਗਿਆ ਵੀ ਇਹਦੇ ਵਿੱਚ ਕੇਅਰ ਕੀ ਆ ਗਿਆ ਕੇਅਰ ਇੱਕ ਕੀ ਕਹਿ ਸਕਦੇ ਆਪਾਂ ਨਾउन ਆ ਗਿਆ। ਹੈਲਥ ਵੀ ਨਾउन ਆ ਗਿਆ। ਸੋ ਇਸ ਤਰ੍ਹਾਂ ਹੀਜ਼ ਕੀ ਆ ਗਿਆ ਵੀ ਇੱਕ ਇਹਦੇ ਵਿੱਚ ਆ ਗਿਆ ਪੋਜੈਸਿਵ ਆ ਗਿਆ ਪੋਜੈਸਿਵ ਐਡਜੈਕਟਿਵ ਪਰ ਆਪਾਂ ਸਿਰਫ ਦੂਸਰੇ ਐਡਜੈਕਟਿਵ ਦੇਖ ਰਹੇ ਹਾਂ ਐਟਰੀਬਿਊਟਿਵ। ਸੋ ਇਸ ਤਰ੍ਹਾਂ ਤੁਸੀਂ ਨੇ ਸਾਰੇ ਜਿਵੇਂ ਇਹਦੇ ਵਿੱਚ ਸੁਫੀਸ਼ੀਐਂਟ ਆ ਜਾਏਗਾ ਅਤੇ ਇਹਦੇ ਵਿੱਚ ਲੇਟੈਸਟ ਆ ਜਾਏਗਾ ਇਹਦੇ ਵਿੱਚ ਸੌਰ ਆ ਜਾਏਗਾ ਐਂਡ ਦਿਸ ਐਪਲ ਆਰ ਵੈਰੀ ਟੇਸਟੀ ਆ ਜਾਏਗਾ ਇੰਟੈਲੀਜੈਂਟ ਕਲੈਵਰ ਕੋਲਡ। ਸੋ ਇਸ ਤਰ੍ਹਾਂ ਤੁਸੀਂ ਨੇ ਸਾਰੇ ਸੋਲਵ ਕਰਨੇ ਨੇ। ਸੋ ਯੂ ਹੈਵ ਟੂ ਸੋਲਵ ਦਾ 9th ਐਕਸਰਸਾਈਜ਼ 8th 7th and the second one. So you have to solve only 4 exercises. So we will discuss the remaining chapter in the next video. Thank you very much.